ਇਹ ਇੱਕ ਕਲਾਸਿਕ ਸਨਾਈਪਰ ਦੀ ਕਹਾਣੀ ਹੈ ਜੋ ਆਪਣੀਆਂ ਅੱਖਾਂ ਤੇ ਪੱਟੀ ਬੰਨ੍ਹ ਕੇ ਵੀ ਕਈ ਕਿਲੋਮੀਟਰ ਦੂਰ ਆਪਣੇ ਟਾਰਗੇਟ ਨੂੰ ਖਤਮ ਕਰ ਸਕਦਾ ਹੈ। ਪਰ ਇਹ ਸਨਾਈਪਰ ਪਹਿਲਾਂ ਸਿਰਫ ਇੱਕ ਆਮ ਮੈਥ ਟੀਚਰ ਹੋਇਆ ਕਰਦਾ ਸੀ। ਉਸ ਨੂੰ ਜੰਗ ਅਤੇ ਬੰਦੂਕਾਂ ਤੋਂ ਨਫ਼ਰਤ ਸੀ। ਪਰ ਇੱਕ ਦਿਨ ਉਸ ਦੀ ਜ਼ਿੰਦਗੀ ਵਿੱਚ ਕੁਝ ਅਜਿਹਾ ਹੋਇਆ ਕਿ ਉਸਨੇ ਉਸ ਨੂੰ ਇੱਕ ਚੰਗੇ ਟੀਚਰ ਤੋਂ ਇੱਕ ਬੇਰਹਿਮ ਸਨਾਈਪਰ ਬਣਾ ਦਿੱਤਾ। ਇਹ ਕਹਾਣੀ ਇੱਕ ਛੋਟੇ ਜਿਹੇ ਯੂਕਰੇਨ ਦੇ ਪਿੰਡ ਤੋਂ ਸ਼ੁਰੂ ਹੁੰਦੀ ਹੈ। ਸਾਨੂੰ ਇੱਕ ਛੋਟਾ ਜਿਹਾ ਘਰ ਦਿਖਾਇਆ ਜਾਂਦਾ ਹੈ। ਇਸ ਘਰ ਵਿੱਚ ਇੱਕ ਕਪਲ ਰਹਿੰਦਾ ਹੈ ਜੋ ਖੁਸ਼ੀ ਨਾਲ ਰਹਿ ਰਹੇ ਹਨ। ਇਸ ਆਦਮੀ ਦਾ ਨਾਮ ਹੈ ਨਿਕੋਲਾ ਅਤੇ ਉਸ ਦੀ ਪਤਨੀ ਦਾ ਨਾਮ ਨਾਸਟੀਆ ਹੈ। ਨਾਸਟੀਆ ਇੱਕ ਡਰਾਇੰਗ ਆਰਟਿਸਟ ਸੀ ਅਤੇ ਲੱਕੜ ਤੋਂ ਵੱਖ-ਵੱਖ ਮੂਰਤੀਆਂ ਬਣਾਉਂਦੀ ਸੀ। ਨਿਕੋਲਾ ਇੱਕ ਟੀਚਰ ਹੈ ਅਤੇ ਨੇੜੇ ਦੇ ਇੱਕ ਸਕੂਲ ਵਿੱਚ ਬੱਚਿਆਂ ਨੂੰ ਮੈਥ ਪੜ੍ਹਾਉਂਦਾ ਹੈ। ਉਹ ਇੱਕ ਬਹੁਤ ਵਧੀਆ ਟੀਚਰ ਹੈ ਅਤੇ ਸਾਰੇ ਬੱਚੇ ਉਸ ਤੋਂ ਬਹੁਤ ਖੁਸ਼ ਹਨ, ਸਿਵਾਏ ਇੱਕ ਤੋਂ, ਜਿਸ ਦਾ ਨਾਮ ਏਵਨ ਹੈ। ਏਵਨ ਇੱਕ ਬਹੁਤ ਹੀ ਬਦਤਮੀਜ਼ ਮੁੰਡਾ ਸੀ। ਉਹ ਹਰ ਰੋਜ਼ ਕਲਾਸ ਵਿੱਚ ਆਪਣੇ ਟੀਚਰ ਮਿਕੋਲਾ ਨੂੰ ਪਰੇਸ਼ਾਨ ਕਰਦਾ ਸੀ। ਏਵਨ ਇੱਕ ਅਮੀਰ ਪਰਿਵਾਰ ਤੋਂ ਸੀ, ਜਦਕਿ ਮਿਕੋਲਾ ਗਰੀਬ ਸੀ। ਇਸ ਲਈ ਏਵਨ ਮਿਕੋਲਾ ਦੀ ਲੁੱਕ ਅਤੇ ਕੱਪੜਿਆਂ ਤੋਂ ਉਸ ਦਾ ਮਜ਼ਾਕ ਉਡਾਉਂਦਾ ਸੀ। ਉਹ ਚਾਹੁੰਦਾ ਸੀ ਕਿ ਮਿਕੋਲਾ ਉਸ ਦੀ ਬਦਤਮੀਜ਼ੀ ਤੋਂ ਤੰਗ ਆ ਕੇ ਉਸ ਦੇ ਥੱਪੜ ਮਾਰੇ ਅਤੇ ਫਿਰ ਉਹ ਸ਼ਿਕਾਇਤ ਕਰੇ ਅਤੇ ਮਿਕੋਲਾ ਨੂੰ ਸਕੂਲੋਂ ਕਢਵਾ ਦੇਵੇ। ਪਰ ਨਿਕੋਲਾ ਬਹੁਤ ਸ਼ਾਂਤ ਵਿਅਕਤੀ ਸੀ। ਨਿਕੋਲਾ ਉਸ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰਦਾ ਅਤੇ ਬਸ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿੰਦਾ। ਨਿਕੋਲਾ ਦੇ ਘਰ ਕੋਈ ਵੀ ਇਲੈਕਟ੍ਰੋਨਿਕ ਸਮਾਨ ਨਹੀਂ ਸੀ, ਜਿਵੇਂ ਕਿ ਟੀਵੀ, ਜਿਸ ਕਾਰਨ ਉਸ ਨੂੰ ਖਬਰਾਂ ਦਾ ਪਤਾ ਨਹੀਂ ਲੱਗਦਾ। ਇੱਕ ਦਿਨ ਜਦੋਂ ਨਿਕੋਲਾ ਸਕੂਲ ਵਿੱਚ ਸੀ, ਉਸਨੇ ਟੀਵੀ ਤੇ ਸੁਣਿਆ ਕਿ ਰੂਸ ਨੇ ਯੂਕਰੇਨ ਤੇ ਹਮਲਾ ਕਰ ਦਿੱਤਾ ਹੈ, ਬਹੁਤ ਸਾਰੇ ਸੈਨਿਕਾਂ ਨੂੰ ਮਾਰ ਦਿੱਤਾ ਹੈ ਅਤੇ ਯੂਕਰੇਨ ਦੇ ਵੱਡੇ ਇਲਾਕਿਆਂ ਤੇ ਕਬਜ਼ਾ ਕਰ ਲਿਆ ਹੈ। ਜਦੋਂ ਨਿਕੋਲਾ ਉਸ ਸ਼ਰਮ ਘਰ ਵਾਪਸ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਪ੍ਰੈਗਨੈਂਟ ਹੈ। ਉਹ ਬਹੁਤ ਖੁਸ਼ ਹੋਇਆ ਕਿਉਂਕਿ ਨਿਕੋਲਾ ਪਿਤਾ ਬਣਨ ਵਾਲਾ ਸੀ। ਉਹਨਾਂ ਨੇ ਇਕੱਠੇ ਇਸ ਖੁਸ਼ੀ ਦਾ ਜਸ਼ਨ ਮਨਾਇਆ। ਅਗਲੇ ਦਿਨ ਨਿਕੋਲਾ ਆਪਣੀ ਪਤਨੀ ਨੂੰ ਬਾਏ ਕਹਿਣ ਤੋਂ ਬਾਅਦ ਉਹ ਬੱਚਿਆਂ ਨੂੰ ਪੜ੍ਹਾਉਣ ਲਈ ਆਪਣੀ ਸਾਈਕਲ ਤੇ ਸਕੂਲ ਵੱਲ ਚੱਲ ਪਿਆ। ਪਰ ਜਦੋਂ ਉਹ ਰਸਤੇ ਵਿੱਚ ਸੀ ਤਾਂ ਉਸਨੇ 2 ਸਿਪਾਹੀਆਂ ਨੂੰ ਸਿਗਰਟ ਜਲਾਉਂਦੇ ਦੇਖਿਆ। ਉਹ ਉੱਥੇ ਵਰਦੀਆਂ ਪਹਿਨੇ ਖੜੇ ਸਨ। ਉਹ ਕਿਸੇ ਵੀ ਯੂਕਰੇਨ ਸਿਪਾਹੀ ਵਰਗੇ ਨਹੀਂ ਲੱਗ ਰਹੇ ਸਨ, ਜੋ ਉਸ ਨੂੰ ਅਜੀਬ ਲੱਗਿਆ। ਮਿਕੋਲਾ ਨੇ ਸੋਚਿਆ ਕਿ ਸ਼ਾਇਦ ਸਰਕਾਰ ਨੇ ਸਿਪਾਹੀਆਂ ਦੀਆਂ ਵਰਦੀਆਂ ਬਦਲ ਦਿੱਤੀਆਂ ਹਨ। ਇਸ ਲਈ ਮਿਕੋਲਾ ਨੇ ਬਹੁਤਾ ਧਿਆਨ ਨਹੀਂ ਦਿੱਤਾ ਅਤੇ ਜਲਦੀ ਨਾਲ ਆਪਣੇ ਸਕੂਲ ਪਹੁੰਚ ਗਿਆ। ਪਰ ਜਦੋਂ ਉਹ ਸਕੂਲ ਵਿੱਚ ਦਾਖਲ ਹੋਇਆ ਤਾਂ ਉਸਨੇ ਦੇਖਿਆ ਕਿ ਪੂਰਾ ਸਕੂਲ ਖਾਲੀ ਸੀ। ਇੱਕ ਵੀ ਬੱਚਾ ਸਕੂਲ ਨਹੀਂ ਆਇਆ ਸੀ। ਇਸ ਨਾਲ ਉਸ ਨੂੰ ਬੇਚੈਨੀ ਮਹਿਸੂਸ ਹੋਈ। ਫਿਰ ਉਸਨੇ ਟੀਵੀ ਤੇ ਖਬਰਾਂ ਵੇਖੀਆਂ। ਖਬਰਾਂ ਵਿੱਚ ਦੱਸਿਆ ਜਾ ਰਿਹਾ ਸੀ ਕਿ ਰਸ਼ੀਅਨ ਸੈਨਿਕ ਯੂਕਰੇਨ ਵਿੱਚ ਕਬਜ਼ਾ ਕਰਨ ਲਈ ਦਾਖਲ ਹੋ ਗਏ ਹਨ। ਹੁਣ ਉਸ ਨੂੰ ਅਹਿਸਾਸ ਹੋਇਆ ਕਿ ਸੜਕ ਤੇ ਜੋ ਸੈਨਿਕ ਉਸਨੇ ਵੇਖੇ ਸਨ ਉਹ ਅਸਲ ਵਿੱਚ ਰੂਸੀ ਸਨ। ਇਸ ਨਾਲ ਉਸ ਨੂੰ ਆਪਣੀ ਪਤਨੀ ਲਈ ਚਿੰਤਾ ਹੋ ਗਈ ਕਿਉਂਕਿ ਉਸ ਦੀ ਪਤਨੀ ਘਰ ਵਿੱਚ ਇਕੱਲੀ ਸੀ। ਉਹ ਤੁਰੰਤ ਆਪਣੀ ਸਾਈਕਲ ਤੇ ਚੜ੍ਹ ਘਰ ਵੱਲ ਭੱਜਿਆ, ਪਰ ਬਹੁਤ ਦੇਰ ਹੋ ਚੁੱਕੀ ਸੀ। ਜਦੋਂ ਮਿਕੋਲਾ ਘਰ ਪਹੁੰਚਿਆ ਤਾਂ ਉਸਨੇ 2 ਸੈਨਿਕਾਂ ਨੂੰ ਉਸ ਦੀ ਪਤਨੀ ਨੂੰ ਬੇਰਹਿਮੀ ਨਾਲ ਕੁੱਟਦੇ ਦੇਖਿਆ। ਮਿਕੋਲਾ ਨੇ ਆਪਣੀ ਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਸੈਨਿਕਾਂ ਨੇ ਉਸ ਨੂੰ ਵੀ ਕੁੱਟਿਆ। ਮਿਕੋਲਾ ਨੇ ਉਹਨਾਂ ਅੱਗੇ ਬੇਨਤੀ ਕੀਤੀ, ਕਿਰਪਾ ਕਰਕੇ ਮੇਰੀ ਪਤਨੀ ਨੂੰ ਨਾ ਮਾਰੋ, ਉਹ ਪ੍ਰੈਗਨੈਂਟ ਹੈ। ਪਰ ਸੈਨਿਕਾਂ ਨੇ ਉਸ ਦੀ ਗੱਲ ਨਹੀਂ ਸੁਣੀ ਅਤੇ ਉਹਨਾਂ ਨੂੰ ਕੁੱਟਦੇ ਰਹੇ। ਥੋੜੀ ਦੇਰ ਬਾਅਦ ਇੱਕ ਰੂਸੀ ਸੈਨਿਕ ਨੇ ਮਿਕੋਲਾ ਦੇ ਘਰ ਦੀ ਤਲਾਸ਼ੀ ਲਈ ਅਤੇ ਜਦੋਂ ਉਸ ਨੂੰ ਅੰਦਰ ਕੁਝ ਵੀ ਕੰਮ ਦਾ ਸਮਾਨ ਨਹੀਂ ਮਿਲਿਆ ਤਾਂ ਉਸਨੇ ਗੁੱਸੇ ਵਿੱਚ ਆ ਕੇ ਘਰ ਨੂੰ ਅੱਗ ਲਗਾ ਦਿੱਤੀ ਅਤੇ ਜਾਣ ਲੱਗਾ। ਆਪਣੇ ਘਰ ਨੂੰ ਸੜਦਾ ਦੇਖ ਕੇ ਨਾਸਟੀਆ ਨੇ ਗੁੱਸੇ ਵਿੱਚ ਇੱਕ ਪੱਥਰ ਚੁੱਕਿਆ ਅਤੇ ਰੂਸੀ ਸੈਨਿਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ ਇੱਕ ਸੈਨਿਕ ਨੇ ਗੋਲੀ ਚਲਾ ਦਿੱਤੀ। ਨਾਸਟੀਆ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਨਿਕੋਲਾ ਆਪਣੀ ਪਤਨੀ ਨੂੰ ਮਰਦੇ ਦੇਖ ਕੇ ਬਹੁਤ ਦੁਖੀ ਹੋ ਗਿਆ। ਉਹ ਆਪਣੀ ਪਤਨੀ ਕੋਲ ਭੱਜਿਆ ਅਤੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ, ਬਹੁਤ ਰੋਇਆ। ਕੁਝ ਘੰਟਿਆਂ ਬਾਅਦ 2 ਯੂਕਰੇਨ ਸਿਪਾਹੀ ਨਿਕੋਲਾ ਕੋਲ ਆਏ। ਨਿਕੋਲਾ ਦੀ ਪਤਨੀ ਨੂੰ ਮਰਿਆ ਹੋਇਆ ਦੇਖ ਕੇ ਦੋਵੇਂ ਸਿਪਾਹੀ ਬਹੁਤ ਦੁਖੀ ਹੋ ਗਏ। ਨਿਕੋਲਾ ਦੇ ਮੋਢੇ ਤੇ ਹੱਥ ਰੱਖ ਕੇ ਉਹ ਉਸ ਨੂੰ ਹਾਰ ਨਾ ਮੰਨਣ ਲਈ ਕਹਿੰਦੇ ਹਨ। ਉਸ ਤੋਂ ਬਾਅਦ ਉਹਨਾਂ 2 ਸੈਨਿਕਾਂ ਨੇ ਉਸ ਦੀ ਵਾਈਫ ਲਈ ਕਬਰ ਨੂੰ ਖੋਦਣਾ ਸ਼ੁਰੂ ਕਰ ਦਿੱਤਾ। ਕਬਰ ਪੁੱਟਣ ਤੋਂ ਬਾਅਦ ਦੋਵੇਂ ਸਿਪਾਹੀ ਨਿਕੋਲਾ ਨੂੰ ਆਪਣੀ ਪਤਨੀ ਨੂੰ ਉੱਥੇ ਦਫਨਾਉਣ ਲਈ ਕਹਿੰਦੇ ਹਨ। ਨਿਕੋਲਾ ਆਪਣੀ ਪਤਨੀ ਦੀ ਮੌਤ ਤੋਂ ਬਹੁਤ ਦੁਖੀ ਸੀ। ਉਹ ਹੁਣ ਪੂਰੀ ਤਰ੍ਹਾਂ ਇਕੱਲਾ ਰਹਿ ਗਿਆ। ਉਹਨਾਂ ਰੂਸੀ ਸੈਨਿਕਾਂ ਨੇ ਨਾ ਸਿਰਫ ਉਸ ਦੀ ਪਤਨੀ ਨੂੰ ਮਾਰਿਆ, ਸਗੋਂ ਨਿਕੋਲਾ ਦੇ ਆਉਣ ਵਾਲੇ ਬੱਚੇ ਅਤੇ ਉਸ ਦੇ ਘਰ ਨੂੰ ਵੀ ਸਾੜ ਦਿੱਤਾ। ਇਸ ਲਈ ਉਹ ਬਦਲੇ ਦੀ ਅੱਗ ਨਾਲ ਸੜ ਰਿਹਾ ਸੀ ਅਤੇ ਉਸ ਨੂੰ ਉਸ ਰੂਸੀ ਸੈਨਿਕ ਨੂੰ ਮਾਰਨਾ ਜਿਸ ਨੇ ਉਸ ਦੀ ਪਤਨੀ ਨੂੰ ਗੋਲੀ ਮਾਰ ਦਿੱਤੀ ਸੀ। ਉਸ ਸੈਨਿਕਾਂ ਤੋਂ ਬਦਲਾ ਲੈਣ ਦਾ ਇੱਕ ਤਰੀਕਾ ਸੀ ਕਿ ਉਹ ਯੂਕਰੇਨੀ ਸੈਨਿਕਾਂ ਵਿੱਚ ਭਰਤੀ ਹੋ ਜਾਏ। ਇਸ ਲਈ ਉਸਨੇ ਉੱਥੇ ਹੀ 2 ਸੈਨਿਕਾਂ ਨੂੰ ਬੇਨਤੀ ਕੀਤੀ। ਉਹਨਾਂ ਨੂੰ ਕਿਹਾ ਕਿ ਕਿਰਪਾ ਕਰਕੇ ਉਸ ਨੂੰ ਆਪਣੇ ਨਾਲ ਲੈ ਜਾਓ, ਮੈਂ ਵੀ ਯੂਕਰੇਨੀ ਫੌਜ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹਾਂ। ਇਸ ਤੋਂ ਬਾਅਦ ਦੋਵੇਂ ਸੈਨਿਕ ਨਿਕੋਲਾ ਦੀ ਬੇਨਤੀ ਨਾਲ ਸਹਿਮਤ ਹੋ ਜਾਂਦੇ ਹਨ ਅਤੇ ਉਸ ਨੂੰ ਆਪਣੇ ਨਾਲ ਮਿਲਟਰੀ ਬੇਸ ਲੈ ਜਾਂਦੇ ਹਨ। ਜਾਣ ਤੋਂ ਪਹਿਲਾਂ ਨਿਕੋਲਾ ਆਪਣੀ ਪਤਨੀ ਦੁਆਰਾ ਇਸ ਦੀ ਰੱਖਿਆ ਲਈ ਬਣਾਈ ਗਈ ਇੱਕ ਛੋਟੀ ਜਿਹੀ ਮੂਰਤੀ ਕੋਲ ਰੱਖਦਾ ਹੈ। ਜਦੋਂ ਉਹ ਮਿਲਟਰੀ ਬੇਸ ਪਹੁੰਚਦੇ ਹਨ ਤਾਂ ਉਹਨਾਂ ਦਾ ਸੀਨੀਅਰ ਨਿਕੋਲਾ ਨੂੰ ਦੇਖ ਕੇ ਉਹਨਾਂ 2 ਸੈਨਿਕਾਂ ਤੇ ਗੁੱਸੇ ਹੋ ਜਾਂਦਾ ਹੈ ਅਤੇ ਉਸ ਨੂੰ ਫੌਜ ਵਿੱਚ ਭਰਤੀ ਕਰਨ ਤੋਂ ਇਨਕਾਰ ਕਰ ਦਿੰਦਾ ਹੈ ਕਿਉਂਕਿ ਉਸ ਨੂੰ ਸ਼ੱਕ ਹੈ ਕਿ ਨਿਕੋਲਾ ਜਾਸੂਸ ਹੋ ਸਕਦਾ ਹੈ। ਜਦੋਂ ਸੀਨੀਅਰ ਨੇ 2 ਸਿਪਾਹੀਆਂ ਤੋਂ ਨਿਕੋਲਾ ਬਾਰੇ ਜਾਣਕਾਰੀ ਇਕੱਠੀ ਕੀਤੀ ਤਾਂ ਨਿਕੋਲਾ ਉਸ ਨੂੰ ਪੂਰੀ ਕਹਾਣੀ ਦੱਸਦਾ ਹੈ ਕਿ ਰੂਸੀ ਸੈਨਿਕਾਂ ਨੇ ਮੇਰੀ ਪਤਨੀ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਅਤੇ ਮੇਰਾ ਘਰ ਸਾੜ ਦਿੱਤਾ ਕਿਉਂਕਿ ਹੁਣ ਮੇਰੇ ਕੋਲ ਜੀਣ ਦੀ ਕੋਈ ਵਜ੍ਹਾ ਨਹੀਂ ਹੈ। ਉਸਨੇ ਸੀਨੀਅਰ ਨੂੰ ਭਰੋਸਾ ਦਿੱਤਾ। ਉਹ ਰੂਸੀ ਸੈਨਿਕਾਂ ਨੂੰ ਮਾਰ ਕੇ ਦੇਸ਼ ਨੂੰ ਆਜ਼ਾਦ ਕਰਵਾਉਣਾ ਚਾਹੁੰਦਾ ਹੈ।
ਇਹ ਸੁਣ ਕੇ ਉਸ ਦਾ ਸੀਨੀਅਰ ਨਿਕੋਲਾ ਨੂੰ ਯੂਕਰੇਨੀ ਫੌਜ ਵਿੱਚ ਭਰਤੀ ਕਰਨ ਲਈ ਸਹਿਮਤ ਹੋ ਜਾਂਦਾ ਹੈ ਅਤੇ ਉਸ ਦੀ ਟ੍ਰੇਨਿੰਗ ਅਗਲੇ ਦਿਨ ਸ਼ੁਰੂ ਹੁੰਦੀ ਹੈ। ਨਿਕੋਲਾ ਇੱਕ ਆਮ ਆਦਮੀ ਸੀ, ਇਸ ਲਈ ਟ੍ਰੇਨਿੰਗ ਵਿੱਚ ਉਸ ਨੂੰ ਕਾਫੀ ਮੁਸ਼ਕਿਲ ਹੁੰਦੀ ਹੈ। ਉਸਨੇ ਸਾਰੀ ਉਮਰ ਬੱਚਿਆਂ ਨੂੰ ਪੜਾਇਆ ਸੀ, ਉਸ ਨੂੰ ਬੰਦੂਕਾਂ ਬਾਰੇ ਵੀ ਨਹੀਂ ਪਤਾ। ਜਦੋਂ ਕਿ ਸਾਰੇ ਸਿਪਾਹੀ ਬੰਦੂਕਾਂ ਅਸੈਂਬਲ ਕਰ ਰਹੇ ਹਨ, ਨਿਕੋਲਾ ਉਹਨਾਂ ਵਿੱਚੋਂ ਸਭ ਤੋਂ ਸਲੋ ਸੀ ਅਤੇ ਉਹ ਬੰਦੂਕ ਨੂੰ ਸਭ ਤੋਂ ਲਾਸਟ ਵਿੱਚ ਅਸੈਂਬਲ ਕਰਦਾ ਹੈ। ਇਹ ਦੇਖ ਕੇ ਅਫਸਰ ਸੋਚਦਾ ਹੈ ਕਿ ਨਿਕੋਲਾ ਕਦੇ ਵੀ ਇੱਕ ਚੰਗਾ ਸਿਪਾਹੀ ਨਹੀਂ ਬਣ ਸਕੇਗਾ, ਪਰ ਨਿਕੋਲਾ ਹਾਰ ਮੰਨਣ ਤੋਂ ਇਨਕਾਰ ਕਰਦਾ ਹੈ ਅਤੇ ਆਪਣੀ ਟ੍ਰੇਨਿੰਗ ਹੋਰ ਮਿਹਨਤ ਨਾਲ ਕਰਦਾ ਰਹਿੰਦਾ ਹੈ। ਟ੍ਰੇਨਿੰਗ ਦੌਰਾਨ ਇੱਕ ਰਾਤ ਨਿਕੋਲਾ ਆਪਣੇ ਸੀਨੀਅਰ ਨੂੰ ਕਹਿੰਦਾ ਹੈ ਕਿ ਉਸ ਨੂੰ ਉਸ ਦੇ ਨਾਮ ਨਾਲ ਨਾ ਬੁਲਾਵੇ ਕਿਉਂਕਿ ਉਸ ਦਾ ਕੋਡ ਨਾਮ ਰੇਵਨ ਹੈ। ਹਰ ਕੋਈ ਉਸ ਤੇ ਹੱਸਦਾ ਹੈ ਅਤੇ ਸੀਨੀਅਰ ਉਸ ਨੂੰ ਕਹਿੰਦਾ ਹੈ ਕਿ ਕੋਡ ਨਾਮ ਆਸਾਨੀ ਨਾਲ ਪ੍ਰਾਪਤ ਨਹੀਂ ਹੁੰਦੇ, ਇਸ ਦੇ ਲਈ ਇੱਕ ਸਿਪਾਹੀ ਨੂੰ ਦੇਸ਼ ਲਈ ਇੱਕ ਮਹਾਨ ਕਾਰਨਾਮਾ ਕਰਨਾ ਪੈਂਦਾ ਹੈ। ਨਿਕੋਲਾ ਨੇ ਇਹਨਾਂ ਚੀਜ਼ਾਂ ਨੂੰ ਨੈਗੇਟਿਵ ਤੌਰ ਤੇ ਨਹੀਂ ਲਿਆ ਅਤੇ ਹੋਰ ਵੀ ਸਖਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਰਾਤ ਨੂੰ ਵੀ ਜਦੋਂ ਸਾਰੇ ਸਿਪਾਹੀ ਸੁੱਤੇ ਹੋਏ ਸਨ, ਨਿਕੋਲਾ ਚੀਜ਼ਾਂ ਸਿੱਖਣ ਦਾ ਅਭਿਆਸ ਕਰਦਾ ਸੀ। ਇੱਕ ਦਿਨ ਸੀਨੀਅਰ ਸਾਰੇ ਸਿਪਾਹੀਆਂ ਨੂੰ ਕਹਿੰਦਾ ਹੈ ਕਿ ਉਹਨਾਂ ਕੋਲ ਸਨਾਈਪਰਸ ਦੀ ਲੋੜ ਹੈ ਅਤੇ ਉਹਨਾਂ ਨੂੰ ਰੂਸੀਆਂ ਦਾ ਸਾਹਮਣਾ ਕਰਨ ਦੇ ਯੋਗ ਹੋਣ ਲਈ ਆਪਣੀ ਗਿਣਤੀ ਵਧਾਉਣ ਦੀ ਲੋੜ ਹੈ। ਸੀਨੀਅਰ ਸਾਰਿਆਂ ਨੂੰ ਪੁੱਛਦਾ ਹੈ, ਤੁਹਾਡੇ ਵਿੱਚੋਂ ਕਿੰਨੇ ਲੋਕ ਸਨਾਈਪਰ ਬਣਨਾ ਚਾਹੁੰਦੇ ਹਨ? ਇਹ ਸੁਣ ਕੇ ਕੁਝ ਲੋਕ ਖੜੇ ਹੋ ਜਾਂਦੇ ਹਨ ਅਤੇ ਨਿਕੋਲਾ ਵੀ ਉਹਨਾਂ ਵਿੱਚੋਂ ਇੱਕ ਸੀ ਕਿਉਂਕਿ ਉਹ ਵੀ ਇੱਕ ਬਣਨਾ ਚਾਹੁੰਦਾ ਸੀ। ਨਿਕੋਲਾ ਨੂੰ ਦੇਖ ਕੇ ਸਾਰੇ ਸਿਪਾਹੀ ਹੱਸਣ ਲੱਗ ਪੈਂਦੇ ਹਨ। ਨਿਕੋਲਾ ਨੂੰ ਦੇਖ ਕੇ ਉਸ ਦਾ ਸੀਨੀਅਰ ਉਸ ਨੂੰ ਕਹਿੰਦਾ ਹੈ, ਤੂੰ ਅਜੇ ਇੱਕ ਸਨਾਈਪਰ ਬਣਨ ਲਈ ਤਿਆਰ ਨਹੀਂ ਹੈ, ਤੂੰ ਇੱਕ ਬੰਦੂਕ ਨੂੰ ਸਹੀ ਢੰਗ ਨਾਲ ਅਸੈਂਬਲ ਨਹੀਂ ਕਰ ਸਕਦਾ, ਇਸ ਲਈ ਸਨਾਈਪਰ ਬਣਨਾ ਤਾਂ ਦੂਰ ਦੀ ਗੱਲ ਹੈ। ਨਿਕੋਲਾ ਕਹਿੰਦਾ ਹੈ, ਮੈਂ ਇੱਕ ਚੰਗਾ ਸਨਾਈਪਰ ਬਣ ਸਕਦਾ, ਮੈਨੂੰ ਆਪਣੇ ਆਪ ਨੂੰ ਸਾਬਤ ਕਰਨ ਲਈ ਸਿਰਫ ਇੱਕ ਮੌਕਾ ਚਾਹੀਦਾ ਹੈ। ਇਹ ਸੁਣ ਕੇ ਸੀਨੀਅਰ ਨਿਕੋਲਾ ਨੂੰ ਕਹਿੰਦਾ ਹੈ, ਠੀਕ ਹੈ, ਇਹ ਲੋ, ਤੁਹਾਨੂੰ ਇਸ ਬੰਦੂਕ ਨੂੰ ਸਿਰਫ 20 ਸਕਿੰਟਾਂ ਵਿੱਚ ਅਸੈਂਬਲ ਕਰਨਾ ਪਵੇਗਾ। ਆਪਣੇ ਆਪ ਨੂੰ ਸਾਬਤ ਕਰਨ ਲਈ ਨਿਕੋਲਾ ਆਪਣੀਆਂ ਅੱਖਾਂ ਤੇ ਪੱਟੀ ਬੰਨ੍ਹਦੀ ਹੈ ਅਤੇ ਜਲਦੀ ਨਾਲ ਬੰਦੂਕ ਨੂੰ ਖੋਲ ਕੇ ਦੁਬਾਰਾ ਇਕੱਠੀ ਕਰ ਦਿੰਦੀ ਹੈ, ਜਿਸ ਵਿੱਚ ਸਿਰਫ 18 ਸਕਿੰਟ ਲੱਗਦੇ ਹਨ। ਨਿਕੋਲਾ ਦੀ ਚੁਸਤੀ ਤੋਂ ਹਰ ਕੋਈ ਹੈਰਾਨ ਹੈ। ਜਿਹੜੇ ਲੋਕ ਪਹਿਲਾਂ ਉਸ ਤੇ ਹੱਸ ਰਹੇ ਸਨ, ਹੁਣ ਨਿਕੋਲਾ ਦੀ ਤਾਰੀਫ ਕਰਨਾ ਸ਼ੁਰੂ ਕਰ ਦਿੰਦੇ ਹਨ। ਸੀਨੀਅਰ ਵੀ ਨਿਕੋਲਾ ਤੋਂ ਪ੍ਰਭਾਵਿਤ ਹੁੰਦਾ ਹੈ ਅਤੇ ਉਸ ਦੀਆਂ ਖੂਬੀਆਂ ਨੂੰ ਦੇਖ ਕੇ ਉਸ ਨੂੰ ਸਨਾਈਪਰ ਸਿਖਲਾਈ ਵਿੱਚ ਵੀ ਸ਼ਾਮਿਲ ਕਰ ਲੈਂਦਾ ਹੈ। ਸਿਖਲਾਈ ਦੌਰਾਨ ਨਿਕੋਲਾ ਨੂੰ ਇੱਕ ਪੁਰਾਣੀ ਮਾਡਲ ਦੀ ਬੰਦੂਕ ਦਿੱਤੀ ਜਾਂਦੀ ਹੈ, ਜਦੋਂ ਕਿ ਬਾਕੀਆਂ ਨੂੰ ਨਵੇਂ ਹਥਿਆਰ ਦਿੱਤੇ ਜਾਂਦੇ ਹਨ। ਇਹ ਦੇਖ ਕੇ ਨਿਕੋਲਾ ਵੀ ਨਵੇਂ ਹਥਿਆਰਾਂ ਦੀ ਮੰਗ ਕਰਦਾ ਹੈ। ਸੀਨੀਅਰ ਉਸ ਨੂੰ ਕਹਿੰਦਾ ਹੈ, ਜੇ ਉਹ ਨਵੀਂ ਬੰਦੂਕ ਚਾਹੁੰਦਾ ਹੈ ਤਾਂ ਤੁਹਾਨੂੰ ਆਪਣੇ ਆਪ ਨੂੰ ਸਾਬਿਤ ਕਰਨਾ ਪਵੇਗਾ। ਹੁਣ ਨਿਕੋਲਾ ਕੋਲ ਕੋਈ ਹੋਰ ਰਸਤਾ ਨਹੀਂ ਸੀ, ਇਸ ਲਈ ਉਸਨੇ ਜੋ ਵੀ ਮਿਲਿਆ ਉਹ ਲਿਆ ਅਤੇ ਚਲਾ ਗਿਆ। ਟ੍ਰੇਨਿੰਗ ਦੌਰਾਨ ਸੀਨੀਅਰ ਸਾਰਿਆਂ ਨੂੰ ਦੱਸਦਾ ਹੈ ਕਿ ਭਾਵੇਂ ਕੋਈ ਵੀ ਸਨਾਈਪਰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਕਰੇ, ਉਹ ਕਦੇ ਵੀ ਆਪਣੀ ਥਾਂ ਤੋਂ 1 ਇੰਚ ਵੀ ਨਹੀਂ ਹਿਲਦਾ ਅਤੇ ਆਪਣਾ ਨਿਸ਼ਾਨਾ ਰੱਖਦਾ ਹੈ। ਇਸ ਦਾ ਅਭਿਆਸ ਕਰਨ ਲਈ ਸੀਨੀਅਰ ਸਾਰਿਆਂ ਦੇ ਕੋਲ ਗੋਲੀਬਾਰੀ ਕਰਦਾ ਹੈ ਅਤੇ ਜੋ ਵੀ ਸਨਾਈਪਰ ਆਪਣੀ ਥਾਂ ਤੋਂ ਹਿਲਦਾ ਹੈ ਉਹ ਉਸ ਨੂੰ ਟ੍ਰੇਨਿੰਗ ਤੋਂ ਬਾਹਰ ਕੱਢ ਦਿੰਦਾ। ਪਰ ਜਦੋਂ ਨਿਕੋਲਾ ਦੀ ਵਾਰੀ ਆਉਂਦੀ ਹੈ ਤਾਂ ਉਹ ਬਿਲਕੁਲ ਵੀ ਨਹੀਂ ਹਿਲਦਾ ਅਤੇ ਆਪਣਾ ਨਿਸ਼ਾਨਾ ਰੱਖਦਾ ਹੈ। ਇਸ ਤਰ੍ਹਾਂ ਨਿਕੋਲਾ ਟ੍ਰੇਨਿੰਗ ਪਾਸ ਕਰਦਾ ਹੈ। ਅਗਲੀ ਟ੍ਰੇਨਿੰਗ ਵਿੱਚ ਸਨਾਈਪਰ ਨੂੰ ਸਿਰਫ ਇੱਕ ਵਾਰ ਆਪਣਾ ਨਿਸ਼ਾਨਾ ਦਿਖਾਇਆ ਜਾਂਦਾ ਹੈ ਅਤੇ ਫਿਰ ਉਸ ਦੀਆਂ ਅੱਖਾਂ ਬਲੈਕ ਬੋਰਡ ਨਾਲ ਟਕੀਆਂ ਹੁੰਦੀਆਂ ਹਨ। ਇਸ ਦੌਰਾਨ ਉਸ ਨੂੰ ਅੰਦਾਜ਼ਾ ਲਗਾਉਣਾ ਪੈਂਦਾ ਹੈ ਅਤੇ ਆਪਣੇ ਨਿਸ਼ਾਨੇ ਨੂੰ ਗੋਲੀ ਮਾਰਨੀ ਪੈਂਦੀ ਹੈ। ਬਾਕੀ ਬਚੇ ਕੁਝ ਸਿਪਾਹੀ ਇਸ ਟੈਸਟ ਨੂੰ ਪਾਸ ਕਰਦੇ ਹਨ, ਪਰ ਜਦੋਂ ਨਿਕੋਲਾ ਦੀ ਵਾਰੀ ਸੀ ਤਾਂ ਉਸ ਦਾ ਨਿਸ਼ਾਨਾ ਥੋੜਾ ਦੂਰ ਸੀ ਅਤੇ ਉਹ ਟੈਸਟ ਵਿੱਚ ਅਸਫਲ ਰਿਹਾ ਕਿਉਂਕਿ ਉਸ ਕੋਲ ਜੋ ਬੰਦੂਕ ਸੀ ਉਹ ਬਹੁਤ ਪੁਰਾਣੀ ਸੀ, ਜਿਸ ਕਾਰਨ ਇੱਕ ਸੰਪੂਰਨ ਨਿਸ਼ਾਨੇ ਨੂੰ ਮਾਰਨਾ ਬਹੁਤ ਮੁਸ਼ਕਿਲ ਹੋ ਗਿਆ ਸੀ। ਪਰ ਹਰ ਕੋਈ ਜਾਣਦਾ ਸੀ ਕਿ ਜੇਕਰ ਨਿਕੋਲਾ ਨੂੰ ਇੱਕ ਨਵੀਂ ਬੰਦੂਕ ਦਿੱਤੀ ਜਾਂਦੀ ਤਾਂ ਉਹ ਇੱਕ ਸੰਪੂਰਨ ਨਿਸ਼ਾਨੇ ਨੂੰ ਮਾਰਦਾ। ਅਗਲੀ ਟ੍ਰੇਨਿੰਗ ਸਨਾਈਪਰਾਂ ਲਈ ਹੋਰ ਵੀ ਮੁਸ਼ਕਿਲ ਸੀ। ਇਹ ਇਸ ਲਈ ਸੀ ਕਿਉਂਕਿ ਉਹਨਾਂ ਨੂੰ ਫਲੇਅਰਾਂ ਦੀ ਰੋਸ਼ਨੀ ਵਿੱਚ ਆਪਣੇ ਨਿਸ਼ਾਨੇ ਨੂੰ ਮਾਰਨਾ ਪੈਂਦਾ ਸੀ ਅਤੇ ਉਹ ਵੀ ਰਾਤ ਦੇ ਹਨੇਰੇ ਵਿੱਚ। ਸੀਨੀਅਰ ਨੇ ਫਲੇਅਰਾਂ ਛੱਡੀਆਂ ਅਤੇ ਸਾਰਿਆਂ ਨੇ ਨਿਸ਼ਾਨਾ ਬਣਾਇਆ, ਪਰ ਕੋਈ ਵੀ ਨਿਸ਼ਾਨੇ ਨੂੰ ਨਹੀਂ ਮਾਰ ਸਕਿਆ। ਬਾਕੀ ਸਾਰਿਆਂ ਨੇ ਵੀ ਗੋਲੀ ਚਲਾਈ। ਹੁਣ ਸਿਰਫ ਨਿਕੋਲਾ ਨੇ ਗੋਲੀ ਨਹੀਂ ਚਲਾਈ। ਉਹ ਸਮਝ ਗਿਆ ਸੀ ਕਿ ਫਲੇਅਰਾਂ ਦੀ ਰੋਸ਼ਨੀ ਵਿੱਚ ਸਿੱਧਾ ਨਿਸ਼ਾਨਾ ਲਗਾਉਣਾ ਅਸੰਭਵ ਹੈ। ਇਸ ਲਈ ਜਦੋਂ ਸੀਨੀਅਰ ਨੇ ਫਲੇਅਰਾਂ ਛੱਡੀਆਂ ਤਾਂ ਗੋਲੀ ਚਲਾਉਣ ਦੀ ਬਜਾਏ ਉਸਨੇ ਫਲੇਅਰਾਂ ਦੀ ਰੋਸ਼ਨੀ ਵਿੱਚ ਆਪਣੇ ਨਿਸ਼ਾਨੇ ਤੱਕ ਦੀ ਦੂਰੀ ਦਾ ਅੰਦਾਜ਼ਾ ਲਗਾਇਆ ਅਤੇ ਆਪਣੇ ਗਣਿਤਿਕ ਗਿਆਨ ਦੀ ਵਰਤੋਂ ਕਰਦੇ ਹੋਏ ਇੱਕ ਸੰਪੂਰਨ ਸ਼ਾਟ ਮਾਰਿਆ। ਉਸ ਦੇ ਸੀਨੀਅਰ ਅਤੇ ਹੋਰ ਸਿਪਾਹੀ ਹੈਰਾਨ ਰਹਿ ਗਏ। ਕਿਸੇ ਨੇ ਵੀ ਇਹ ਕੰਮ ਕਦੇ ਪੂਰਾ ਨਹੀਂ ਕੀਤਾ ਸੀ, ਸਿਰਫ ਨਿਕੋਲਾ ਨੇ ਹੀ ਇਹ ਕੀਤਾ। ਸੀਨੀਅਰ ਨਿਕੋਲਾ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੂੰ ਆਪਣਾ ਲੋੜੀਂਦਾ ਕੋਡ ਨਾਮ ਰੇਵਨ ਦਿੱਤਾ। ਦਿਨ ਇਸ ਤਰ੍ਹਾਂ ਬੀਤਦੇ ਗਏ ਅਤੇ ਨਿਕੋਲਾ ਮਿਹਨਤ ਨਾਲ ਟ੍ਰੇਨਿੰਗ ਕਰਦਾ ਰਿਹਾ ਅਤੇ ਅੰਤ ਵਿੱਚ ਉਹ ਦਿਨ ਆਇਆ ਜਦੋਂ ਉਸ ਦੀ ਟ੍ਰੇਨਿੰਗ ਦੇ ਨਤੀਜੇ ਐਲਾਨੇ ਜਾਣੇ ਸਨ। ਕਰਨਲ ਨੇ ਨਿਕੋਲਾ ਨੂੰ ਸਲਾਮ ਕੀਤਾ ਅਤੇ ਉਸ ਨੂੰ ਦੱਸਿਆ ਕਿ ਉਸਨੇ ਟੈਸਟ ਪਾਸ ਕਰ ਲਿਆ ਹੈ। ਕੁਝ ਦਿਨਾਂ ਬਾਅਦ ਕਰਨਲ ਨਿਕੋਲਾ ਕੋਲ ਆਇਆ ਅਤੇ ਉਸ ਨੂੰ ਕਿਹਾ ਕਿ ਉਹ ਆਪਣਾ ਸਾਮਾਨ ਪੈਕ ਕਰੇ ਕਿਉਂਕਿ ਉਹਨਾਂ ਨੂੰ ਇੱਕ ਮਿਸ਼ਨ ਤੇ ਜਾਣਾ ਹੈ। ਖਬਰਾਂ ਆਈਆਂ ਸਨ ਕਿ ਕੁਝ ਰੂਸੀ ਸੈਨਿਕਾਂ ਨੇ ਇੱਕ ਚੌਕੀ ਤੇ ਕਬਜ਼ਾ ਕਰ ਲਿਆ ਹੈ ਅਤੇ ਇੱਥੋਂ ਹੀ ਅਸਲ ਕਹਾਣੀ ਸ਼ੁਰੂ ਹੋਈ। ਨਿਕੋਲਾ ਦੀ ਟੀਮ ਜਲਦੀ ਨਾਲ ਉਸ ਸਥਾਨ ਤੇ ਪਹੁੰਚੀ ਅਤੇ ਆਪਣੀ ਨਜ਼ਰ ਰੂਸੀ ਸੈਨਿਕਾਂ ਤੇ ਟਿਕਾਈ। ਜਦੋਂ ਉਹਨਾਂ ਨੇ ਦੂਰ ਇੱਕ ਵਾਹਨ ਦੇਖਿਆ ਜੋ ਚੌਕੀ ਵੱਲ ਜਾ ਰਿਹਾ ਸੀ, ਕਰਨਲ ਨੇ ਸਾਰਿਆਂ ਨੂੰ ਨਾ ਰੁਕਣ ਲਈ ਕਿਹਾ। ਇਸ ਦੌਰਾਨ ਰੂਸੀ ਸੈਨਿਕਾਂ ਨੇ ਵਾਹਨ ਰੋਕਿਆ ਅਤੇ ਅੰਦਰ ਵਾਲਿਆਂ ਨੂੰ ਬਾਹਰ ਨਿਕਲਣ ਲਈ ਕਿਹਾ। ਉਹਨਾਂ ਨੇ ਆਪਣੇ ਪਾਸਪੋਰਟਾਂ ਦੀ ਜਾਂਚ ਕੀਤੀ ਅਤੇ ਉਹਨਾਂ ਦੀ ਕਾਰ ਦੀ ਵੀ ਤਲਾਸ਼ੀ ਲਈ। ਜਦੋਂ ਸਭ ਕੁਝ ਸਹੀ ਪਾਇਆ ਗਿਆ ਤਾਂ ਸੈਨਿਕਾਂ ਨੇ ਉਹਨਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ, ਪਰ ਉਹਨਾਂ ਦੇ ਪਾਸਪੋਰਟ ਰੱਖ ਲਏ। ਜਦੋਂ ਉਹਨਾਂ ਨੇ ਆਪਣੇ ਪਾਸਪੋਰਟ ਵਾਪਸ ਮੰਗੇ ਤਾਂ ਉਹਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਇਹ ਦੇਖ ਕੇ ਕਰਨਲ ਨੇ ਆਪਣੇ ਸੈਨਿਕਾਂ ਨੂੰ ਗੋਲੀ ਚਲਾਉਣ ਦਾ ਹੁਕਮ ਦਿੱਤਾ। ਇੱਕ ਝਟਕੇ ਵਿੱਚ ਸਾਰੇ ਸਨਾਈਪਰਾਂ ਨੇ ਆਪਣੇ ਨਿਸ਼ਾਨੇ ਨੂੰ ਖਤਮ ਕਰ ਦਿੱਤਾ। ਇਸ ਤਰ੍ਹਾਂ ਆਪਣਾ ਪਹਿਲਾ ਮਿਸ਼ਨ ਪੂਰਾ ਕਰ ਲਿਆ। ਮਿਸ਼ਨ ਤੋਂ ਬਾਅਦ ਜਦੋਂ ਸਾਰੇ ਮਿਲਟਰੀ ਬੇਸ ਤੇ ਵਾਪਸ ਆਏ ਤਾਂ ਨਿਕੋਲਾ ਨੇ ਦੇਖਿਆ ਕਿ ਉਸਦੇ ਬਹੁਤ ਸਾਰੇ ਸਾਥੀ ਮਿਲਟਰੀ ਤੋਂ ਗਾਇਬ ਸਨ। ਉਹ ਚਿੰਤਿਤ ਸੀ, ਸੋਚ ਰਿਹਾ ਸੀ ਕਿ ਉਹ ਸਾਰੇ ਕਿੱਥੇ ਗਏ ਹਨ। ਜਦੋਂ ਉਸਨੇ ਪੁੱਛਿਆ ਕਿ ਉਸਦੇ ਬਾਕੀ ਸਾਥੀ ਕਿੱਥੇ ਹਨ ਤਾਂ ਉਸਨੂੰ ਦੱਸਿਆ ਗਿਆ ਕਿ ਉਹਨਾਂ ਨੂੰ ਇੱਕ ਹੋਰ ਮਿਸ਼ਨ ਤੇ ਭੇਜਿਆ ਗਿਆ ਹੈ। ਅਗਲੇ ਦਿਨ ਨਿਕੋਲਾ ਨੂੰ ਪਤਾ ਲੱਗਾ ਕਿ ਉਸਦੇ ਬਹੁਤ ਸਾਰੇ ਸਾਥੀ ਮਿਸ਼ਨ ਦੌਰਾਨ ਮਾਰੇ ਗਏ ਸਨ ਅਤੇ ਉਹ ਸਾਰੇ ਇੱਕ ਰੂਸੀ ਸਨਾਈਪਰ ਦੁਆਰਾ ਮਾਰੇ ਗਏ ਸਨ।
ਸਨਾਈਪਰ ਦਾ ਨਾਮ ਸਿਰੀ ਸੀ ਅਤੇ ਉਹ ਰੂਸ ਦਾ ਸਭ ਤੋਂ ਵਧੀਆ ਸਨਾਈਪਰ ਸੀ। ਕੁਝ ਦਿਨ ਬੀਤ ਗਏ ਅਤੇ ਨਿਕੋਲਾ ਆਪਣੇ ਸਾਥੀਆਂ ਨਾਲ ਆਪਣੇ ਅਗਲੇ ਮਿਸ਼ਨ ਤੇ ਚਲਾ ਗਿਆ। ਸਥਾਨ ਤੇ ਪਹੁੰਚ ਕੇ ਉਹਨਾਂ ਨੇ ਚਾਰੇ ਪਾਸੇ ਸੁਰੰਗਾਂ ਵਿਛਾਈਆਂ ਅਤੇ ਆਪਣੀਆਂ ਪੋਜੀਸ਼ਨਾਂ ਸੰਭਾਲ ਲਈਆਂ। ਥੋੜੀ ਦੇਰ ਬਾਅਦ ਰੂਸੀ ਸੈਨਿਕ ਪਹੁੰਚੇ ਅਤੇ ਉਹਨਾਂ ਦੇ ਨਾਲ ਏਵਨ ਵੀ ਸੀ। ਏਵਨ ਉਹੀ ਮੁੰਡਾ ਸੀ ਜੋ ਸਕੂਲ ਵਿੱਚ ਨਿਕੋਲਾ ਨੂੰ ਪਰੇਸ਼ਾਨ ਕਰ ਰਿਹਾ ਸੀ ਅਤੇ ਹੁਣ ਰੂਸੀ ਫੌਜ ਵਿੱਚ ਸ਼ਾਮਿਲ ਹੋ ਗਿਆ ਸੀ। ਪਰ ਜਿਵੇਂ ਹੀ ਕਰਨਲ ਗੋਲੀਬਾਰੀ ਦਾ ਹੁਕਮ ਦਿੰਦਾ ਹੈ, ਨਿਕੋਲਾ ਘਬਰਾ ਜਾਂਦਾ ਹੈ। ਉਹ ਆਪਣੇ ਵਿਦਿਆਰਥੀ ਨੂੰ ਨਹੀਂ ਮਾਰਨਾ ਚਾਹੁੰਦਾ ਸੀ, ਪਰ ਫਿਰ ਨਿਕੋਲਾ ਆਪਣੀਆਂ ਭਾਵਨਾਵਾਂ ਨੂੰ ਪਾਸੇ ਰੱਖ ਕੇ ਬਾਰੂਦੀ ਸੁਰੰਗ ਨੂੰ ਅੱਗ ਲਗਾ ਦਿੰਦਾ ਹੈ, ਜਿਸ ਨਾਲ ਇੱਕ ਜ਼ੋਰਦਾਰ ਧਮਾਕਾ ਹੁੰਦਾ ਹੈ, ਜਿਸ ਵਿੱਚ ਏਵਨ ਸਮੇਤ ਸਾਰੇ ਰੂਸੀ ਸੈਨਿਕ ਮਾਰੇ ਜਾਂਦੇ ਹਨ। ਸਭ ਕੁਝ ਕਾਬੂ ਹੇਠ ਹੋਣ ਤੋਂ ਬਾਅਦ ਕਰਨਲ ਗੁੱਸੇ ਨਾਲ ਨਿਕੋਲਾ ਨੂੰ ਪੁੱਛਦਾ ਹੈ, ਜਦੋਂ ਤੈਨੂੰ ਗੋਲੀਬਾਰੀ ਦਾ ਹੁਕਮ ਦਿੱਤਾ ਸੀ ਤਾਂ ਤੂੰ ਕੀ ਸੋਚ ਰਿਹਾ ਸੀ? ਜਿਸ ਤੇ ਨਿਕੋਲਾ ਜਵਾਬ ਦਿੰਦਾ ਹੈ, ਮੇਰਾ ਇੱਕ ਵਿਦਿਆਰਥੀ ਉਹਨਾਂ ਰੂਸੀ ਸੈਨਿਕਾਂ ਵਿੱਚ ਸ਼ਾਮਿਲ ਸੀ, ਮੈਂ ਉਸ ਨੂੰ ਮਾਰਨਾ ਨਹੀਂ ਚਾਹੁੰਦਾ ਸੀ। ਕਰਨਲ ਫਿਰ ਨਿਕੋਲਾ ਨੂੰ ਸਮਝਾਉਂਦਾ ਹੈ ਕਿ ਉਸ ਨੂੰ ਏਵਨ ਦੀ ਮੌਤ ਤੇ ਬਿਲਕੁਲ ਵੀ ਉਦਾਸ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹ ਤੁਹਾਡਾ ਵਿਦਿਆਰਥੀ ਨਹੀਂ ਸੀ, ਸਗੋਂ ਤੁਹਾਡਾ ਦੁਸ਼ਮਣ ਸੀ ਅਤੇ ਰੂਸੀ ਫੌਜ ਵਿੱਚ ਸ਼ਾਮਿਲ ਹੋਣਾ ਏਵਨ ਦਾ ਆਪਣਾ ਫੈਸਲਾ ਸੀ। ਇਸ ਲਈ ਤੁਹਾਨੂੰ ਉਸ ਲਈ ਬੁਰਾ ਮਹਿਸੂਸ ਕਰਨ ਦੀ ਜ਼ਰੂਰਤ ਨਹੀਂ ਹੈ। ਮਿਸ਼ਨ ਪੂਰਾ ਕਰਨ ਤੋਂ ਬਾਅਦ ਉਹ ਸਾਰੇ ਆਪਣੇ ਕੈਂਪ ਵਾਪਸ ਆ ਜਾਂਦੇ ਹਨ। ਕਰਨਲ ਨੂੰ ਨਿਕੋਲਾ ਤੇ ਪੂਰਾ ਭਰੋਸਾ ਸੀ। ਉਸਨੇ ਆਪਣਾ ਜ਼ਿਆਦਾਤਰ ਸਮਾਂ ਨਿਕੋਲਾ ਨਾਲ ਬਿਤਾਇਆ। ਇੱਥੇ ਕਰਨਲ ਨੇ ਨਿਕੋਲਾ ਨੂੰ ਆਪਣੀ ਪਰਿਵਾਰਿਕ ਫੋਟੋ ਦਿਖਾਈ ਅਤੇ ਉਸ ਨੂੰ ਦੱਸਿਆ ਕਿ ਉਸ ਦਾ 3 ਮੈਂਬਰਾਂ ਦਾ ਪਰਿਵਾਰ ਹੈ। ਉਸ ਦੀਆਂ 2 ਧੀਆਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹਨਾਂ ਦਾ ਪਿਤਾ ਇੱਕ ਸਿਪਾਹੀ ਸੀ। ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਇੱਕ ਬਿਜ਼ਨਸਮੈਨ ਹਾਂ ਅਤੇ ਮੇਰੀ ਪਤਨੀ ਨੇ ਅੱਜ ਤੱਕ ਬੱਚਿਆਂ ਨੂੰ ਮੇਰੇ ਬਾਰੇ ਨਹੀਂ ਦੱਸਿਆ ਕਿ ਮੈਂ ਇੱਕ ਸਿਪਾਹੀ ਹਾਂ। ਨਿਕੋਲਾ ਨੇ ਕਰਨਲ ਨੂੰ ਆਪਣੀ ਪੂਰੀ ਕਹਾਣੀ ਵੀ ਦੱਸੀ, ਇਹ ਦੱਸਦੇ ਹੋਏ ਕਿ ਕਿਵੇਂ ਰੂਸੀ ਸੈਨਿਕਾਂ ਨੇ ਉਸ ਦੀ ਪਤਨੀ ਨੂੰ ਬੇਰਹਿਮੀ ਨਾਲ ਮਾਰਿਆ। ਇਸ ਸਮੇਂ ਦੌਰਾਨ ਨਿਕੋਲਾ ਬਹੁਤ ਭਾਵੁਕ ਹੋ ਗਿਆ, ਪਰ ਕਰਨਲ ਨੇ ਉਸ ਨੂੰ ਸ਼ਾਂਤ ਕੀਤਾ। ਅਗਲੀ ਸਵੇਰ ਉਹ ਸਾਰੇ ਆਪਣੇ ਅਗਲੇ ਮਿਸ਼ਨ ਲਈ ਰਵਾਨਾ ਹੋ ਗਏ। ਇਹ ਮਿਸ਼ਨ ਬਹੁਤ ਮਹੱਤਵਪੂਰਨ ਸੀ ਕਿਉਂਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਰੂਸੀ ਸੈਨਿਕਾਂ ਦਾ ਇੱਕ ਸਮੂਹ ਉਸ ਰਸਤੇ ਤੋਂ ਲੰਘਣ ਵਾਲਾ ਹੈ। ਕਰਨਲ ਅਤੇ ਨਿਕੋਲਾਈ ਜਲਦੀ ਨਾਲ ਸਥਾਨ ਤੇ ਪਹੁੰਚੇ ਅਤੇ ਆਪਣੀਆਂ ਪੋਜੀਸ਼ਨਾਂ ਸੰਭਾਲ ਲਈਆਂ। ਥੋੜੀ ਦੇਰ ਬਾਅਦ ਉਹਨਾਂ ਨੇ 2 ਰੂਸੀ ਸੈਨਿਕਾਂ ਨੂੰ ਆਪਣੀ ਟੀਮ ਦੇ ਬਾਕੀ ਮੈਂਬਰਾਂ ਦੀ ਉਡੀਕ ਕਰਦੇ ਦੇਖਿਆ। ਉੱਥੇ ਨਿਕੋਲਾਈ ਨੇ ਦੇਖਿਆ ਕਿ ਸਿਪਾਹੀਆਂ ਵਿੱਚੋਂ ਇੱਕ ਉਹ ਸੀ ਜਿਸ ਨੇ ਆਪਣੀ ਪਤਨੀ ਨੂੰ ਗੋਲੀ ਮਾਰੀ ਸੀ ਅਤੇ ਨਿਕੋਲਾ ਸਿੱਧਾ ਸਿਰ ਤੇ ਨਿਸ਼ਾਨਾ ਲਗਾ ਰਿਹਾ ਸੀ। ਨਿਕੋਲਾ ਨੇ ਗੋਲੀ ਚਲਾਉਣ ਦੀ ਇਜਾਜ਼ਤ ਮੰਗੀ, ਪਰ ਕਰਨਲ ਨੇ ਇਨਕਾਰ ਕਰ ਦਿੱਤਾ। ਨਿਕੋਲਾ ਗੁੱਸੇ ਨਾਲ ਭੜਕ ਰਿਹਾ ਸੀ ਕਿਉਂਕਿ ਉਸ ਦੇ ਸਾਹਮਣੇ ਸਿਪਾਹੀ ਨੇ ਉਸ ਦੀ ਪਤਨੀ ਨੂੰ ਮਾਰ ਦਿੱਤਾ ਸੀ ਅਤੇ ਉਹ ਫੌਜ ਵਿੱਚ ਸ਼ਾਮਿਲ ਹੋਇਆ ਸੀ ਤਾਂ ਜੋ ਉਹ ਆਪਣੀ ਪਤਨੀ ਦਾ ਬਦਲਾ ਲੈ ਸਕੇ। ਇਸ ਲਈ ਉਸਨੇ ਦੁਬਾਰਾ ਗੋਲੀ ਚਲਾਉਣ ਦੀ ਇਜਾਜ਼ਤ ਮੰਗੀ, ਪਰ ਇੱਕ ਵਾਰ ਫਿਰ ਕਰਨਲ ਨੇ ਇਨਕਾਰ ਕਰ ਦਿੱਤਾ। ਪਰ ਨਿਕੋਲਾ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨ ਵਿੱਚ ਅਸਮਰਥ ਗੋਲੀ ਚਲਾ ਦਿੱਤੀ। ਸਿਪਾਹੀ ਦੀ ਤੁਰੰਤ ਮੌਤ ਹੋ ਗਈ। ਪਰ ਸਭ ਤੋਂ ਮਾੜੀ ਗੱਲ ਇਹ ਸੀ ਕਿ ਰੂਸੀ ਸਿਪਾਹੀਆਂ ਨੂੰ ਇਹਨਾਂ ਦੀ ਲੋਕੇਸ਼ਨ ਦਾ ਪਤਾ ਲੱਗ ਗਿਆ। ਕਰਨਲ ਨੇ ਨਿਕੋਲਾ ਨੂੰ ਕਿਹਾ, ਇਹ ਤੂੰ ਕੀ ਕੀਤਾ? ਪਰ ਸਭ ਤੋਂ ਮਾੜੀ ਗੱਲ ਇਹ ਸੀ ਕਿ ਰੂਸ ਦਾ ਸਭ ਤੋਂ ਖਤਰਨਾਕ ਸਨਾਈਪਰ ਸੀਰੀ ਵੀ ਆਪਣੀ ਸਥਿਤੀ ਸੰਭਾਲ ਚੁੱਕਾ ਸੀ ਅਤੇ ਹੁਣ ਉਹਨਾਂ ਦਾ ਟਿਕਾਣਾ ਜਾਣਦਾ ਸੀ। ਕਰਨਲ ਜਾਣਦਾ ਸੀ ਕਿ ਸੀਰੀ ਨੇੜੇ ਹੈ, ਇਸ ਲਈ ਉਸਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪਰ ਇਸ ਤੋਂ ਪਹਿਲਾਂ ਕਿ ਉਸ ਨੂੰ ਲੱਭ ਸਕੇ, ਸੀਰੀ ਨੇ ਸਿਰ ਵਿੱਚ ਗੋਲੀ ਮਾਰ ਦਿੱਤੀ, ਜਿਸ ਨਾਲ ਕਰਨਲ ਤੁਰੰਤ ਮਾਰਿਆ ਗਿਆ। ਹੁਣ ਨਿਕੋਲਾ ਨੂੰ ਅਹਿਸਾਸ ਹੋਇਆ ਕਿ ਉਸਨੇ ਬਹੁਤ ਵੱਡੀ ਗਲਤੀ ਕੀਤੀ ਹੈ। ਉਸ ਦੀ ਗਲਤੀ ਨਾਲ ਕਰਨਲ ਨੂੰ ਆਪਣੀ ਜਾਨ ਗਵਾਉਣੀ ਪਈ। ਨਿਕੋਲਾ ਨੂੰ ਪਤਾ ਲੱਗਾ ਕਿ ਰੂਸੀਆਂ ਨੇ ਆਪਣਾ ਟਿਕਾਣਾ ਲੱਭ ਲਿਆ ਹੈ। ਇਸ ਦੌਰਾਨ ਰੂਸੀ ਸੈਨਿਕਾਂ ਨੇ ਨਿਕੋਲਾ ਤੇ ਭਾਰੀ ਗੋਲਾਬਾਰੀ ਅਤੇ ਬੰਬਾਰੀ ਸ਼ੁਰੂ ਕਰ ਦਿੱਤੀ। ਸਥਿਤੀ ਵਿਗੜਦੀ ਦੇਖ ਕੇ ਨਿਕੋਲਾ ਨੂੰ ਪਿੱਛੇ ਹਟਣ ਦਾ ਫੈਸਲਾ ਕੀਤਾ। ਉਸਨੇ ਕਰਨਲ ਦੀ ਲਾਸ਼ ਚੁੱਕੀ ਅਤੇ ਆਪਣੀ ਸਥਿਤੀ ਤੋਂ ਪਿੱਛੇ ਹਟਣ ਲੱਗਾ। ਉਹ ਜਲਦੀ ਹੀ ਦੁਸ਼ਮਣ ਦੇ ਇਲਾਕੇ ਤੋਂ ਬਾਹਰ ਨਿਕਲ ਗਿਆ ਅਤੇ ਸਿੱਧਾ ਆਪਣੇ ਬੇਸ ਵੱਲ ਚਲਾ ਗਿਆ। ਨਿਕੋਲਾ ਕਰਨਲ ਦੀ ਮੌਤ ਤੋਂ ਬਹੁਤ ਦੁਖੀ ਸੀ ਅਤੇ ਉਸਨੇ ਇਸ ਦੇ ਲਈ ਆਪਣੇ ਆਪ ਨੂੰ ਦੋਸ਼ੀ ਠਹਿਰਾਇਆ। ਉਸਨੇ ਸੀਰੀ ਨੂੰ ਮਾਰਨ ਅਤੇ ਕਰਨਲ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ। ਜਲਦੀ ਹੀ ਨਿਕੋਲਾ ਨੂੰ 2 ਰੂਸੀ ਸਨਾਈਪਰਾਂ ਦੀ ਖਬਰ ਮਿਲੀ ਅਤੇ ਤੁਰੰਤ ਆਪਣੇ ਅਗਲੇ ਮਿਸ਼ਨ ਤੇ ਨਿਕਲ ਪਿਆ। ਉਹ ਉਹਨਾਂ ਦੇ ਟਿਕਾਣੇ ਤੇ ਪਹੁੰਚਿਆ, ਨਿਸ਼ਾਨਾ ਬਣਾਇਆ ਅਤੇ ਜਲਦੀ ਨਾਲ ਸਨਾਈਪਰ ਨੂੰ ਮਾਰ ਦਿੱਤਾ। ਪਰ ਉਸ ਸਨਾਈਪਰ ਨੂੰ ਮਾਰਦੇ ਹੋਏ ਇੱਕ ਹੋਰ ਸਨਾਈਪਰ ਨੇ ਨਿਕੋਲਾ ਨੂੰ ਗੋਲੀ ਮਾਰ ਦਿੱਤੀ। ਉਸਨੇ ਹਾਰ ਨਹੀਂ ਮੰਨੀ ਅਤੇ ਕਿਸੇ ਤਰ੍ਹਾਂ ਦੂਜੇ ਸਨਾਈਪਰ ਨੂੰ ਵੀ ਮਾਰਨ ਵਿੱਚ ਕਾਮਯਾਬ ਹੋ ਗਿਆ। ਹੁਣ ਜਦੋਂ ਕਿ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਤਾਂ ਉਹ ਆਪਣੇ ਸਰੀਰ ਨੂੰ ਆਰਾਮ ਦੇਣ ਲਈ ਇੱਕ ਗੁਪਤ ਬੇਸ ਵਿੱਚ ਗਿਆ। ਇਸ ਦੌਰਾਨ ਉਸ ਨੂੰ ਇੱਕ ਫੌਜ ਦੇ ਮੇਜਰ ਦਾ ਫੋਨ ਆਇਆ, ਜਿਸ ਨੇ ਨਿਕੋਲਾ ਨੂੰ ਦੱਸਿਆ ਕਿ ਉਹਨਾਂ ਨੂੰ ਸਨਾਈਪਰ ਮਿਲ ਗਿਆ ਹੈ ਜਿਸ ਨੇ ਕਰਨਲ ਨੂੰ ਮਾਰ ਦਿੱਤਾ। ਨਿਕੋਲਾ ਫਿਰ ਆਪਣੇ ਬੇਸ ਤੇ ਵਾਪਸ ਆ ਗਿਆ ਅਤੇ ਮੇਜਰ ਨੇ ਸਾਰਿਆਂ ਨੂੰ ਸਨਾਈਪਰ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ। ਮੇਜਰ ਨੇ ਸਮਝਾਇਆ ਕਿ ਸਨਾਈਪਰ ਦਾ ਨਾਮ ਸਿਰੀ ਸੀ ਅਤੇ ਉਹ ਰੂਸ ਦਾ ਸਭ ਤੋਂ ਵਧੀਆ ਸਨਾਈਪਰ ਸੀ। ਉਸ ਦਾ ਨਿਸ਼ਾਨਾ ਕਦੇ ਵੀ ਖਾਲੀ ਨਹੀਂ ਜਾਂਦਾ। ਸਿਰੀ ਨੇ ਯੂਕਰੇਨ ਦੇ 6 ਸਭ ਤੋਂ ਸਮਰੱਥ ਸਨਾਈਪਰਾਂ ਨੂੰ ਮਾਰਿਆ ਸੀ, ਇਸ ਲਈ ਉਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਮੇਜਰ ਦੱਸਦਾ ਹੈ ਕਿ ਸਿਰੀ ਪਹਿਲਾਂ ਯੂਕਰੇਨੀ ਸੈਨਿਕਾਂ ਨੂੰ ਮਾਰਦਾ ਹੈ ਅਤੇ ਫਿਰ ਉਹਨਾਂ ਦੀਆਂ ਵੀਡੀਓ ਬਣਾਉਂਦਾ ਹੈ ਅਤੇ ਯੂਕਰੇਨੀ ਸੈਨਿਕਾਂ ਨੂੰ ਡਰਾਉਣ ਲਈ ਸੋਸ਼ਲ ਮੀਡੀਆ ਤੇ ਅਪਲੋਡ ਕਰਦਾ ਹੈ। ਉਹ ਦੱਸਦਾ ਹੈ ਕਿ ਸਿਰੀ ਇੱਕ ਸਨਾਈਪਰ ਹੈ ਜੋ ਆਮ ਤੌਰ ਤੇ ਆਪਣੀ ਸਥਿਤੀ ਨਹੀਂ ਬਦਲਦਾ ਅਤੇ ਇੱਕ ਖਾਸ ਜਗ੍ਹਾ ਤੋਂ ਆਪਣੀ ਦੁਸ਼ਮਣਾਂ ਦਾ ਸ਼ਿਕਾਰ ਕਰਦਾ ਹੈ। ਹੁਣ ਉਹ ਸਾਰੇ 2 ਟੀਮਾਂ ਬਣਾਉਣ ਅਤੇ ਸਿਰੀ ਦੇ ਸਥਾਨ ਤੇ ਹਮਲਾ ਕਰਨ ਦੀ ਯੋਜਨਾ ਬਣਾਉਂਦੇ ਹਨ। ਯੋਜਨਾ ਅਨੁਸਾਰ ਉਹਨਾਂ ਦੀ ਪਹਿਲੀ ਟੀਮ ਰੂਸੀ ਸੈਨਿਕਾਂ ਤੇ ਸਾਹਮਣੇ ਤੋਂ ਹਮਲਾ ਕਰੇਗੀ ਅਤੇ ਜਦੋਂ ਉਹ ਇਸ ਹਮਲੇ ਵਿੱਚ ਰੁੱਝੇ ਹੋਣਗੇ ਤਾਂ ਉਹਨਾਂ ਦੀ ਦੂਜੀ ਟੀਮ ਪਿੱਛੇ ਤੋਂ ਉਹਨਾਂ ਤੇ ਹਮਲਾ ਕਰੇਗੀ। ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਨਿਕੋਲਾ ਇਮਾਰਤ ਵਿੱਚ ਦਾਖਲ ਹੋਵੇਗਾ ਅਤੇ ਸਿਰੀ ਨੂੰ ਮਾਰ ਦੇਵੇਗਾ। ਯੋਜਨਾਬੰਦੀ ਪੂਰੀ ਹੋਣ ਤੋਂ ਬਾਅਦ ਉਹ ਸਾਰੇ ਸਥਾਨ ਲਈ ਰਵਾਨਾ ਹੋ ਜਾਣਗੇ। ਸਥਾਨ ਤੇ ਪਹੁੰਚ ਕੇ ਸਾਰੇ ਸਨਾਈਪਰਾਂ ਨੇ ਆਪਣੀਆਂ ਪੋਜੀਸ਼ਨਾਂ ਸੰਭਾਲ ਲਈਆਂ ਅਤੇ ਆਪਣਾ ਨਿਸ਼ਾਨਾ ਬਣਾਇਆ। ਇਸ ਦੌਰਾਨ ਨਿਕੋਲਾ ਵੀ ਚੋਰੀ ਛਿਪੇ ਇਮਾਰਤ ਵਿੱਚ ਦਾਖਲ ਹੋਇਆ, ਜਿੱਥੇ ਉਸਨੇ 2 ਰੂਸੀ ਸੈਨਿਕਾਂ ਨੂੰ ਗੱਲਬਾਤ ਵਿੱਚ ਰੁੱਝੇ ਹੋਏ ਦੇਖਿਆ। ਬਿਨਾਂ ਦੇਰੀ ਕੀਤੇ ਨਿਕੋਲਾ ਨੇ ਉਹਨਾਂ ਦੋਵਾਂ ਨੂੰ ਮਾਰ ਦਿੱਤਾ ਅਤੇ ਇਮਾਰਤ ਵਿੱਚ ਅੱਗੇ ਵਧਿਆ। ਇਸ ਤੋਂ ਬਾਅਦ ਉਸਨੇ ਯੋਜਨਾ ਅਨੁਸਾਰ ਆਪਣੀ ਟੀਮ ਨੂੰ ਸੰਕੇਤ ਦਿੱਤਾ ਅਤੇ ਸੰਕੇਤ ਮਿਲਣ ਤੇ ਉੱਥੇ ਤਾਇਨਾਤ ਸਨਾਈਪਰਾਂ ਨੇ ਸਾਰੇ ਸੈਨਿਕਾਂ ਨੂੰ ਮਾਰ ਦਿੱਤਾ। ਇਸ ਦੌਰਾਨ ਸਿਰੀ ਨੇ ਦੇਖਿਆ ਕਿ ਉਸਦਾ ਕੋਈ ਵੀ ਸਾਥੀ ਉਸ ਨੂੰ ਰਿਪੋਰਟ ਨਹੀਂ ਕਰ ਰਿਹਾ ਸੀ। ਉਸ ਨੂੰ ਮਹਿਸੂਸ ਹੋਇਆ ਕਿ ਕੁਝ ਗਲਤ ਹੈ, ਇਸ ਲਈ ਉਹ ਇਮਾਰਤ ਦੀ ਛੱਤ ਤੇ ਚਲਾ ਗਿਆ। ਉੱਥੇ ਪਹਿਲਾਂ ਹੀ ਇੱਕ ਰੂਸੀ ਸਨਾਈਪਰ ਮੌਜੂਦ ਸੀ, ਪਰ ਜਦੋਂ ਉਹ ਉੱਪਰ ਗਿਆ ਅਤੇ ਸਨਾਈਪਰ ਨੂੰ ਦੇਖਿਆ ਤਾਂ ਉਸਨੇ ਉਸ ਨੂੰ ਮਰਿਆ ਹੋਇਆ ਪਾਇਆ। ਇਸ ਨਾਲ ਉਸਦੇ ਦਿਲ ਵਿੱਚ ਘਬਰਾਹਟ ਫੈਲ ਗਈ ਅਤੇ ਸਿਰੀ ਨੂੰ ਮਹਿਸੂਸ ਹੋਇਆ ਕਿ ਯੂਕਰੇਨੀ ਸੈਨਿਕਾਂ ਨੇ ਉਸ ਨੂੰ ਹਰ ਪਾਸਿਓਂ ਘੇਰ ਲਿਆ ਹੈ। ਉਸਨੇ ਬੈਕਅਪ ਲਈ ਆਪਣੇ ਬੇਸ ਨਾਲ ਸੰਪਰਕ ਕੀਤਾ।
ਹਾਲਾਂਕਿ ਬੈਕਅਪ ਟੀਮ ਨੂੰ ਉਸਦੇ ਤੱਕ ਪਹੁੰਚਣ ਵਿੱਚ ਹੋਰ 10 ਮਿੰਟ ਲੱਗਣਗੇ। ਇਹ ਸੁਣ ਕੇ ਉਹ ਜਲਦੀ ਨਾਲ ਆਪਣੀ ਸਥਿਤੀ ਤੇ ਵਾਪਸ ਆ ਗਿਆ ਅਤੇ ਯੂਕਰੇਨੀ ਸੈਨਿਕਾਂ ਦੀ ਭਾਲ ਸ਼ੁਰੂ ਕਰ ਦਿੱਤੀ। ਪਰ ਫਿਰ ਉਸਨੇ ਆਪਣੇ ਸਾਹਮਣੇ ਮੇਜ਼ ਤੇ ਇੱਕ ਛੋਟੀ ਜਿਹੀ ਮੂਰਤੀ ਦੇਖੀ ਜਿਸ ਨੂੰ ਨਿਕੋਲਾ ਨੇ ਅਸਲ ਵਿੱਚ ਉਸਦੇ ਜਾਣ ਤੋਂ ਬਾਅਦ ਉੱਥੇ ਰੱਖਿਆ ਸੀ ਅਤੇ ਜੋ ਉਸਦੀ ਪਤਨੀ ਨੇ ਉਸਨੂੰ ਦਿੱਤਾ ਸੀ। ਸਿਰੀ ਕੁਝ ਸੋਚਣ ਤੋਂ ਪਹਿਲਾਂ ਨਿਕੋਲਾ ਨੇ ਉਸ ਤੇ ਹਮਲਾ ਕੀਤਾ ਅਤੇ ਉਸਨੂੰ ਚਾਕੂ ਮਾਰ ਕੇ ਮਾਰ ਦਿੱਤਾ। ਝੜਪ ਨੇ ਇਮਾਰਤ ਵਿੱਚ ਇੱਕ ਹੋਰ ਸਨਾਈਪਰ ਨੂੰ ਸੁਚੇਤ ਕਰ ਦਿੱਤਾ, ਪਰ ਉਹ ਕੁਝ ਵੀ ਕਰਨ ਵਿੱਚ ਅਸਮਰੱਥ ਸੀ। ਇਸ ਤੋਂ ਪਹਿਲਾਂ ਕਿ ਅਜਿਹਾ ਹੁੰਦਾ, ਨਿਕੋਲਾ ਨੇ ਉਸਦੇ ਕੋਲ ਇੱਕ ਗ੍ਰੇਨੇਡ ਸੁੱਟਿਆ ਅਤੇ ਧਮਾਕੇ ਨੇ ਇਸ ਆਖਰੀ ਸਨਾਈਪਰ ਨੂੰ ਮਾਰ ਦਿੱਤਾ। ਥੋੜੀ ਦੇਰ ਬਾਅਦ ਸਿਰੀ ਦੀ ਬੈਕਅਪ ਟੀਮ ਵੀ ਇਮਾਰਤ ਵਿੱਚ ਪਹੁੰਚ ਗਈ, ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਸਿਰੀ ਹੁਣ ਮਰ ਚੁੱਕਾ ਹੈ। ਇਸੇ ਲਈ ਜਦੋਂ ਉਹਨਾਂ ਨੇ ਸਿਰੀ ਨੂੰ ਫੋਨ ਕੀਤਾ ਤਾਂ ਨਿਕੋਲਾ ਨੇ ਕਾਲ ਦਾ ਜਵਾਬ ਦਿੱਤਾ ਅਤੇ ਉਹਨਾਂ ਨੂੰ ਦੱਸਿਆ ਕਿ ਉਹ ਸਾਰੇ ਮਰਨ ਵਾਲੇ ਹਨ। ਇਸ ਦੇ ਨਾਲ ਹੀ ਉਸਨੇ ਟਰੱਕ ਡਰਾਈਵਰ ਨੂੰ ਗੋਲੀ ਮਾਰ ਦਿੱਤੀ। ਜਿਵੇਂ ਹੀ ਗੋਲੀ ਚਲਾਈ ਗਈ, ਰੂਸੀ ਸੈਨਿਕ ਘਬਰਾ ਗਏ ਅਤੇ ਟਰੱਕ ਤੋਂ ਛਾਲ ਮਾਰ ਦਿੱਤੀ, ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਯੂਕਰੇਨੀ ਸਨਾਈਪਰ ਉਹਨਾਂ ਦੀ ਉਡੀਕ ਵਿੱਚ ਬੈਠੇ ਸਨ। ਯੂਕਰੇਨੀ ਸੈਨਿਕਾਂ ਨੇ ਗੋਲੀਬਾਰੀ ਕੀਤੀ, ਜਿਸ ਨਾਲ ਇੱਕ-ਇੱਕ ਕਰਕੇ ਹਰ ਰੂਸੀ ਦੀ ਮੌਤ ਹੋ ਗਈ। ਇਸ ਮਿਸ਼ਨ ਤੋਂ ਕੁਝ ਦਿਨ ਬਾਅਦ ਨਿਕੋਲਾ ਆਪਣੀ ਪਤਨੀ ਦੀ ਕਬਰ ਤੇ ਗਿਆ, ਮਹਿਸੂਸ ਕਰਦੇ ਹੋਏ ਕਿ ਉਸਨੇ ਉਸ ਨਾਲ ਕੀਤਾ ਵਾਅਦਾ ਪੂਰਾ ਹੋ ਗਿਆ ਹੈ। ਉਸਨੇ ਉਹਨਾਂ ਸਾਰਿਆਂ ਨੂੰ ਮਾਰ ਦਿੱਤਾ ਸੀ ਜਿਨ੍ਹਾਂ ਨੇ ਉਸਦੀ ਪਤਨੀ ਅਤੇ ਕਰਨਲ ਨੂੰ ਮਾਰਿਆ ਸੀ। ਨਿਕੋਲਾ ਨੇ ਸਹੁੰ ਖਾਧੀ ਕਿ ਉਹ ਆਪਣੇ ਆਖਰੀ ਸਾਹ ਤੱਕ ਆਪਣੇ ਦੇਸ਼ ਦੀ ਸੇਵਾ ਕਰੇਗਾ। ਇਸ ਦੇ ਨਾਲ ਉਹ ਚਲਾ ਗਿਆ। ਫਿਲਮ ਇਸ ਨਾਲ ਖਤਮ ਹੁੰਦੀ ਹੈ। ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਸਾਡੇ ਚੈਨਲ, ਜਿਸ ਦਾ ਨਾਮ ਹੈ ਮੂਵੀ ਕਹਾਣੀ, ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ। ਮੈਂ ਤੁਹਾਨੂੰ ਜਲਦ ਹੀ ਮਿਲਦਾ ਹਾਂ ਇੱਕ ਹੋਰ ਦਿਲਚਸਪ ਕਹਾਣੀ ਦੇ ਨਾਲ। ਤਾਂ ਸਤਿ ਸ੍ਰੀ ਅਕਾਲ।